ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਜੋ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚੱਲ ਰਹੀ ਹੈ, ਜੋ ਅਨੰਦਪੁਰ ਸਾਹਿਬ ਦੇ ਵਿੱਚ ਬਰਾਗੀਆਂ ਮਹੰਤਾਂ ਜੇਬ ਕਟੀਆਂ ਦੇ ਨਾਲ ਵਾਰਤਾਲਾਪ ਸਤਿਗੁਰੂ ਜੀ ਦੀ ਹੋਈ। ਹੁਣ ਬਰਾਗੀਆਂ ਤੋਂ ਸਾਹਿਬ ਕਾਕੇ ਨੰਦ ਚੰਦ ਨੂੰ ਉਪਦੇਸ਼ ਸਤਿਗੁਰੂ ਜੀ ਨੇ ਦੇਣਾ। ਜਿਹੜੇ ਉੱਥੇ ਸਿੱਖ ਸੰਗਤਾਂ ਆਉਂਦੀਆਂ ਸੀ, ਮਹਾਰਾਜ ਉਹਨਾਂ ਨੂੰ ਉਪਦੇਸ਼ ਵੀ ਕਰਦੇ ਸੀ। ਹੁਣ ਇੱਕ ਸਿੱਖ ਅਤੇ ਸਿੱਖਣੀ ਮਾਲਵੇ ਦੇ ਰਹਿਣ ਵਾਲੇ ਸਨ। ਉਹਨਾਂ ਦਾ ਇੱਕੋ ਇੱਕ ਪੁੱਤਰ ਨੰਦ ਸਿੰਘ ਸੀ। ਹੁਣ ਨੰਦ ਸਿੰਘ ਜਵਾਨ ਹੋਇਆ, ਉਹਦੀ ਦੇਹ ਅਰੋਗਤਾ ਅਤੇ ਜਿਹੜਾ ਉਹਦੇ ਸਰੀਰ ਸੀ ਅਤੇ ਦੇਹ ਸੀ, ਉਹ ਬਹੁਤ ਸੋਹਣੀ ਸੁੰਦਰ ਸੀ। ਰੰਗ ਵੀ ਬੜਾ ਸੁੰਦਰ ਸੀ। ਜਿਹੜਾ ਉਹਦੀ ਸੁੰਦਰਤਾ ਅਤੇ ਜਵਾਨੀ ਨੂੰ ਦੇਖਦਾ, ਉਹ ਹੀ ਮੋਹਿਤ ਹੋ ਜਾਂਦਾ ਉਹਦੇ 'ਤੇ, ਬੜਾ ਖੁਸ਼ ਹੁੰਦਾ। ਮਾਂ ਬਾਪ ਦੀ ਇੱਛਾ ਹੋਈ ਕਿ ਉਹ ਨੰਦ ਸਿੰਘ ਦੀ ਸ਼ਾਦੀ ਕਰ ਦੇਣ। ਵਿਚਾਰ ਕਰੀ ਮਾਪਿਆਂ ਨੇ। ਜਦੋਂ ਨੰਦ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਮਾਂ ਬਾਪ ਨੂੰ ਸਾਫ਼ ਕਹਿ ਦਿੱਤਾ ਕਿ ਉਹ ਸ਼ਾਦੀ ਨਹੀਂ ਕਰਾਏਗਾ। ਉਸਨੇ ਕੁਆਰੇ ਰਹਿਣ ਦਾ ਫੈਸਲਾ ਕਰਿਆ ਹੋਇਆ ਵੀ ਮੈਂ ਵਿਆਹ ਨਹੀਂ ਕਰਾਉਣਾ। ਹੁਣ ਜਵਾਨ ਪੁੱਤਰ ਦੀ ਜ਼ਬਾਨੋਂ ਇਹ ਸੁਣ ਕੇ ਮਾਂ ਬਾਪ ਦਾ ਲਹੂ ਠੰਡਾ ਹੋ ਗਿਆ। ਉਹ ਘਬਰਾ ਗਏ ਅਤੇ ਸੋਚਣ ਲੱਗੇ ਕਿ ਉਹ ਕੀ ਸੋਚਦੇ ਹਨ ਅਤੇ ਕੀ ਹੋ ਗਿਆ, ਵੀ ਇਹ ਕੀ ਹੋ ਗਿਆ। ਵੀ ਰੱਬ ਨੇ ਪੁੱਤਰ ਵੀ ਦਿੱਤਾ, ਅੱਗੇ ਅੰਸ਼ ਬੰਸ਼ ਵਧਣ ਦਾ ਆਪਾਂ ਪ੍ਰੋਗਰਾਮ ਬਣਾਇਆ ਵੀ ਇਹਨੂੰ ਵਿਆਹ ਦਿਆਂਗੇ। ਇਹ ਤਾਂ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਵੀ ਇਹ ਕੀ ਗੱਲ ਬਣ ਗਈ। ਚਾਰਜ ਹੋ ਗਏ ਵੀ ਇਹ ਕੀ ਗੱਲ ਬਣ ਗਈ। ਉਹਨਾਂ ਨੇ ਪੁੱਤਰ ਨੂੰ ਬਹੁਤ ਸਮਝਾਇਆ, ਪਰ ਉਹ ਇੱਕੋ ਗੱਲ ਆਖੀ ਗਿਆ, ਗ੍ਰਸਤ ਮਾਰਗ ਵਿੱਚੋਂ ਕੀ ਲੈਣਾ ਹੈ, ਕੋਈ ਲੋੜ ਨਹੀਂ ਵਿਆਹ ਕਰਾਉਣ ਦੀ। ਬਸ ਵਾਹਿਗੁਰੂ ਦਾ ਸਿਮਰਨ ਅਤੇ ਗੁਰੂ ਘਰ ਦੀ ਸੇਵਾ ਕਰ ਛੱਡਾਂਗੇ। ਇਸਤਰੀ ਦੌਲਤ ਘਰ ਘਾਟ ਸਭ ਕੁਝ ਮਾਇਆ ਹੈ। ਇਹ ਦੁੱਖਾਂ ਦਾ ਘਰ ਹੈ ਅਤੇ ਨਾਸਵੰਤ ਹੈ। ਉਹ ਆਹ ਗੱਲ ਕਹੇ ਮੁੰਡਾ। ਗੁਰੂ ਘਰ ਦੇ ਪ੍ਰੇਮੀ ਅਤੇ ਸਿੱਖ ਉਸ ਸਮੇਂ ਸਭ ਤੋਂ ਵੱਡਾ ਅਫਸਰ ਅਤੇ ਮੁਖੀਆ ਸਤਿਗੁਰੂ ਜੀ ਨੂੰ ਸਮਝਦੇ ਸਨ। ਜਿਹੜੇ ਸਿੱਖ ਸੀ, ਗੁਰੂ ਘਰ ਦੇ ਪ੍ਰੇਮੀ ਅਤੇ ਸਿੱਖ, ਸਭ ਤੋਂ ਵੱਡਾ ਅਫਸਰ ਅਤੇ ਮੁਖੀਆ ਸਤਿਗੁਰੂ ਜੀ ਹਨ। ਕੋਈ ਔਕੜ ਆਵਣੇ, ਕੋਈ ਬਾਹਰ ਦਾ ਜਾਂ ਘਰੇਲੂ ਝਗੜਾ ਹੋ ਜਾਵੇ, ਬਸ ਮੁਕੱਦਮਾ ਸਤਿਗੁਰੂ ਜੀ ਦੇ ਹਜ਼ੂਰ ਪੇਸ਼ ਹੁੰਦਾ। ਅਨੰਦਪੁਰ ਸਾਹਿਬ ਘਰੋਂ ਤੁਰ ਕੇ ਗੁਰੂ ਜੀ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ ਕਿ ਗੱਭਰੂ ਨੰਦ ਸਿੰਘ ਜੀ ਦੇ ਮਾਂ ਬਾਪ ਨੇ ਵੀ ਇਸ ਮਾਮਲੇ ਵਿੱਚ ਸਤਿਗੁਰੂ ਜੀ ਦੀ ਓਟ ਲੈਣੀ ਚਾਹੀ। ਉਹਨਾਂ ਨੇ ਨੰਦ ਸਿੰਘ ਨੂੰ ਨਾਲ ਲਿਆ ਅਤੇ ਸਤਿਗੁਰੂ ਜੀ ਦੀ ਵੱਲ ਅਨੰਦਪੁਰ ਨੂੰ ਚਾਲੇ ਪਾ ਦਿੱਤੇ। 4 ਮੰਜ਼ਲਾਂ ਵਿੱਚ ਪੰਧ ਮਕਾ ਕੇ ਦਾਤੇ ਦੇ ਦਰਬਾਰ ਪੁੱਜ ਗਏ। ਅਨੰਦਪੁਰ ਸਾਹਿਬ ਹੁਣ ਦਾਤੇ ਦਾ ਦਰਬਾਰ ਅੱਗੇ ਲੱਗਿਆ ਹੋਇਆ ਸੀ। ਦਰਬਾਰ ਦੇ ਵਿੱਚ ਗੁਰਮੁਖ ਪਿਆਰੇ ਸਨ ਅਤੇ ਹੋਰ ਇੱਕ ਦੇ ਬੁੱਲ੍ਹਾਂ 'ਤੇ, ਹਰ ਇੱਕ ਦੇ ਬੁੱਲ੍ਹਾਂ 'ਤੇ ਸਤਿਨਾਮ ਵਾਹਿਗੁਰੂ ਦਾ ਸ਼ਬਦ ਉਚਾਰਨ ਹੋ ਰਿਹਾ ਸੀ। ਦੁਖੀਏ ਆਉਂਦੇ ਅਤੇ ਅਰਜ਼ਾਂ ਕਰਦੇ ਹੋਏ ਤੁਰਦੇ ਜਾਂਦੇ। ਸਤਿਗੁਰੂ ਜੀ ਹਰ ਇੱਕ ਦੀਆਂ ਮਨੋਕਾਮਨਾ ਪੂਰੀਆਂ ਕਰੀ ਜਾਂਦੇ ਸਨ। ਹੁਣ ਭਾਈ ਨੰਦ ਸਿੰਘ ਦੇ ਮਾਂ ਬਾਪ ਨੇ ਵੀ ਸਤਿਗੁਰੂ ਜੀ ਦੇ ਹਜ਼ੂਰ ਮੱਥਾ ਟੇਕਿਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹੋ ਦਇਆ ਕਰੋ।
ਮਿਹਰ ਕਰੋ, ਅਸਾਂ ਦੀ ਬੇਨਤੀ ਸੁਣੋ ਤੇ ਸਾਡੇ ਡੁੱਬ ਰਹੇ ਬੇੜੇ ਨੂੰ ਪਾਰ ਲਾਵੋ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬੇਨਤੀ ਸੁਣੋ, ਸਾਡੇ ਡੁੱਬੇ ਜਾਂਦੇ ਬੇੜੇ ਨੂੰ ਪਾਰ ਲਾ ਦਿਓ। ਗੁਰਮੁਖੋ, ਮਹਾਰਾਜ ਕਹਿਣ ਲੱਗੇ, ਗੁਰਮੁਖੋ ਕੀ ਤੰਗੀ ਹੈ ਤੁਸਾਂ ਨੂੰ ਕੋਈ? ਸਤਿਗੁਰੂ ਜੀ ਨੇ ਪੁੱਛਿਆ। ਉਹਨਾਂ ਦੇ ਮਾਂ-ਬਾਪ ਕਹਿਣ ਲੱਗੇ, ਨੰਦ ਸਿੰਘ ਦੇ ਮਾਂ-ਬਾਪ ਕਹਿਣ ਲੱਗੇ, ਮਹਾਰਾਜ ਸਾਡਾ ਇੱਕੋ ਇੱਕ ਪੁੱਤਰ ਨੰਦ ਸਿੰਘ ਹੈ, ਜੋ ਆ ਤੁਹਾਡੇ ਲਾਗੇ ਬੈਠਾ ਹੈ। ਸਿੱਖ ਸਿੱਖਣੀ ਨੇ ਅਰਜ਼ ਗੁਜ਼ਾਰੀ, ਮਹਾਰਾਜ ਦੇ ਮੂਹਰੇ ਅਰਜ਼ ਕਰੀ, ਇਹੋ ਅਸਾਂ ਦੀਆਂ ਆਂਦਰਾਂ ਦਾ ਟੁਕੜਾ ਹੈ ਜਿਹੜਾ ਸਾਹਮਣੇ ਬੈਠਾ ਹੈ। ਜੀਵਨ ਸਾਡਾ ਜੀਵਨ ਆਸਰਾ ਹੈ, ਅਸਾਂ ਨੂੰ ਇਸ 'ਤੇ ਨੇਕਾਂ ਆਸਾਂ ਹਨ। ਸੁਖਣਾ ਸੁੱਖ ਸੁੱਖ ਕੇ ਅਸੀਂ ਪੁੱਤਰ ਪਾਲਿਆ, ਰਾਤਾਂ ਝਾਕੀਆਂ, ਠੰਡਾ ਤੱਤਾ ਦਾ ਮੁਕਾਬਲਾ ਕੀਤਾ, ਕਿਉਂਕਿ ਪੁੱਤਰ ਜਗਤ ਵਿੱਚ ਨਿਸ਼ਾਨੀ ਤੇ ਕਲਿਆਣ ਦਾ ਸਾਧਨ ਹੁੰਦੇ ਆ। ਜਿਸ ਘਰ ਪੁੱਤਰ ਨਹੀਂ ਉਹ ਘਰ ਸੁੰਝਾ ਹੁੰਦਾ ਹੈ। ਹੁਣ ਅਸਾਂ ਇਸ ਨੂੰ ਵਿਆਹੁਣ ਦਾ ਯਤਨ ਕੀਤਾ ਤਾਂ ਇਸਨੇ ਸਾਫ਼ ਜਵਾਬ ਦੇ ਦਿੱਤਾ ਕਿ ਇਹ ਵਿਆਹ ਨਹੀਂ ਕਰਾਏਗਾ। ਅਸਾਂ ਨੂੰ ਬਹੁਤ ਦੁੱਖ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਵਿਆਹ ਹੋ ਜਾਵੇ, ਸਾਡੇ ਘਰ ਨਹੁੰ ਆ ਜਾਵੇ, ਸਾਡੀਆਂ ਰੀਝਾਂ ਪੂਰੀਆਂ ਹੋਣ। ਇਸ ਉੱਤੇ ਕਿਰਪਾ ਕਰੋ, ਇਹ ਮੰਨ ਜਾਵੇ ਤੇ ਵਿਆਹ ਕਰ ਲਵੇ। ਉਹਨਾਂ ਨੇ ਬੜੀਆਂ ਲੇਲੜੀਆਂ ਕੱਢ ਕੇ ਮਹਾਰਾਜ ਨੂੰ ਕਿਹਾ ਵੀ ਇਹਨਾਂ ਨੂੰ ਸਮਝਾਵੋ, ਇਹ ਵਿਆਹ ਵੀ ਕਰਾ ਲਵੇ, ਸਾਡੀਆਂ ਰੀਝਾਂ ਪੂਰੀਆਂ ਕਰੇ, ਸਾਡੇ ਘਰੇ ਨਹੁੰ ਆ ਜਾਵੇ, ਸਾਡਾ ਤਾਂ ਇਹ ਇਰਾਦਾ ਹੈ। ਸਵਰਗੀ ਜਿਉੜਿਆਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਨੰਦ ਸਿੰਘ ਨੂੰ ਪੁੱਛਿਆ, ਕਿਉਂ ਭਾਈ ਨੰਦ ਸਿੰਘ, ਤੂੰ ਵਿਆਹ ਕਿਉਂ ਨਹੀਂ ਕਰਾਉਂਦਾ? ਤੈਨੂੰ ਕੀ ਗ੍ਰਸਤੋਂ ਘਿਰਨਾ, ਕੀ ਤੰਗੀ ਹੈ? ਇਹ ਤਿਆਗ ਕਿੱਥੋਂ ਸਿੱਖਿਆ ਹੈ ਤੂੰ? ਜਦੋਂ ਇਹ ਗੱਲਾਂ ਮਹਾਰਾਜ ਨੇ ਕਹੀਆਂ, ਭਾਈ ਨੰਦ ਸਿੰਘ ਦੇ ਦੋਵੇਂ ਹੱਥ ਜੋੜੇ ਅਤੇ ਬੇਨਤੀ ਕੀਤੀ ਨੰਦ ਸਿੰਘ ਨੇ, ਹੇ ਪ੍ਰਮਾਤਮਾ, ਚਿੱਤ ਨਹੀਂ ਚਾਹੁੰਦਾ ਵਿਆਹ ਕਰਾਵਾਂ, ਕਿਉਂਕਿ ਗੁਰਬਾਣੀ ਵਿੱਚ ਆਉਂਦਾ ਹੈ, ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਮੈਂ ਨੰਦ ਸਾਹਿਬ ਦੀ ਬਾਣੀ ਪੜ੍ਹੀ ਆ, ਉਹਦੇ ਵਿੱਚ ਲਿਖਿਆ ਆਉਂਦਾ, ਇੱਕ ਟੰਬ ਤੂੰ ਜਿਹੜਾ ਤੂੰ ਦੇਖਦਾ ਤੇਰੇ ਨਾਲ ਨਹੀਂ ਜਾਣਾ। ਐਸੇ ਬਸਰਾਂ ਦੇ ਮੇਰੇ ਉੱਤੇ ਅਸਰ ਹੋਇਆ ਹੈ। ਮੈਂ ਕੋਈ ਚੰਗਾ ਸਾਧੂ ਬਣਨਾ ਚਾਹੁੰਦਾ ਹਾਂ। ਮੈਂ ਸੰਤ ਹੋ ਕੇ ਕਲਿਆਣ ਦਾ ਸਾਧਨ ਕਰਾਂ, ਰਾਤ ਦਿਨੇ ਚਿੱਤ ਵਾਹਿਗੁਰੂ ਚਰਨਾਂ ਵਿੱਚ ਨਾਲ ਜੁੜਿਆ ਰਹੇ। ਨੰਦ ਸਿੰਘ ਦੇ ਮਨ ਦੇ ਭਰਮ ਦੂਰ ਕਰਨ ਵਾਸਤੇ ਅਤੇ ਹੋਰ ਸਿੱਖ ਸੰਗਤ ਨੂੰ ਉਪਦੇਸ਼ ਕਰਨ ਦੇ ਵਿਚਾਰ ਨਾਲ ਸਤਿਗੁਰੂ ਜੀ ਨੇ ਇਉਂ ਕਥਾ ਸੁਣਾਉਣੀ ਆਰੰਭ ਕੀਤੀ। ਸਤਿਗੁਰੂ ਜੀ ਕਹਿੰਦੇ, ਇੱਕ ਪਿੰਡ ਦੇ ਬਾਹਰ ਇੱਕ ਸੰਤ ਰਹਿੰਦਾ ਸੀ। ਉਹ ਵਾਹਿਗੁਰੂ ਦੇ ਸਿਮਰਨ ਵਿੱਚ ਬਿਰਤੀ ਜੋੜੀ ਰੱਖਦਾ ਸੀ। ਉਹ ਇੱਕ ਬੋਹੜ ਦੇ ਦਰੱਖਤ ਹੇਠਾਂ ਬੈਠਾ ਸੀ। ਉਸਨੇ ਨਾ ਕੋਈ ਕੋਠਾ ਪਾਇਆ ਸੀ ਅਤੇ ਨਾ ਕੋਈ ਡੇਰਾ। ਲੀੜੇ ਕੱਪੜੇ ਦੀ ਵੀ ਪਰਵਾਹ ਨਹੀਂ ਸੀ ਕਰਦਾ। ਭੋਜਨ ਆਉਂਦਾ ਤੇ ਛਕਲਾ ਛਕ ਛੱਡਦਾ, ਨਹੀਂ ਤੇ ਭੁੱਖਾ ਹੀ ਰਹਿੰਦਾ। ਪਰ ਉਹਦੇ ਚਿੱਤ ਨਾ ਆਉਂਦਾ ਕਿ ਉਹ ਭੁੱਖਾ ਹੈ। ਅਡੋਲ ਬੈਠਾ ਹੋਇਆ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ।
ਉਹ ਭੋਜਨ ਵਾਸਤੇ ਭਿੱਖਿਆ ਮੰਗਣ ਕਿਸੇ ਪਿੰਡ ਜਾਂ ਕਸਬੇ ਵਿੱਚ ਨਹੀਂ ਜਾਂਦਾ, ਸਗੋਂ ਬੜੀ ਖੁਸ਼ੀ ਦੇ ਨਾਲ ਵਾਹਿਗੁਰੂ 'ਤੇ ਭਰੋਸਾ ਰੱਖ ਕੇ ਬੈਠਾ ਰਹਿੰਦਾ ਹੈ। ਕੋਈ ਨਾ ਕੋਈ ਨਰ ਨਾਰੀ ਉਸ ਉੱਤੇ ਤਰਸ ਕਰਕੇ ਕਦੀ ਕਦਾਈ ਭੋਜਨ ਉਹਨੂੰ ਛਕਾ ਜਾਂਦੇ ਆ ਬੈਠੇ ਨੂੰ। ਮਹਾਰਾਜ ਕਹਿੰਦੇ ਨਾ ਕਥਾ ਸੁਣਾਈ ਜਾਂਦੇ ਆ। ਇੱਕ ਵਾਰ ਐਸਾ ਸਬੱਬ ਬਣਿਆ ਕਿ 7 ਦਿਨ ਬੀਤ ਗਏ, ਕਿਸੇ ਨੇ ਉਸ ਨੂੰ ਭੋਜਨ ਨਾ ਛਕਾਇਆ। ਉਹ ਭੁੱਖਾ ਰਿਹਾ, ਸਰੋਵਰ ਵਿੱਚੋਂ ਜਲ ਪੀ ਛੱਡਦਾ ਤੇ ਪ੍ਰਸੰਨ ਚਿੱਤ ਭਜਨ ਕਰੀ ਜਾਂਦਾ ਰਿਹਾ। ਉਸ ਦਾ ਸਿਦਕ ਦੇਖ ਕੇ ਵਿਸ਼ਨੂੰ ਬਹੁਤ ਹੈਰਾਨ ਹੋਇਆ। ਵਿਸ਼ਨੂੰ ਨੇ ਆਪਣੇ ਸੇਵਕਾਂ ਨੂੰ ਸੱਦਿਆ ਤੇ ਕਿਹਾ, ਜਾਓ ਲੀਲਾਪੁਰ ਨਗਰ ਨੂੰ ਸਾੜ ਕੇ ਸਵਾਹ ਕਰ ਦੇਵੋ। ਉੱਥੋਂ ਦੇ ਵਸਨੀਕ ਜਿਉਣ ਦੇ ਕਾਬਲ ਨਹੀਂ ਹੈ। ਉਹਨਾਂ ਨੇ ਭਗਵਾਨ ਭਗਤ ਨੂੰ ਭੋਜਨ ਨਹੀਂ ਕਰਾਇਆ, ਕਠੋਰ ਚਿੱਤ ਹਨ। ਉਹ ਪੁਰਸ਼ ਜੋ ਸਾਧੂ ਸੰਤ ਤੇ ਭਗਤ ਜਨ ਦੀ ਸੇਵਾ ਨਹੀਂ ਕਰਦੇ, ਐਸੇ ਪੁਰਖਾਂ ਦਾ ਜਿਉਣਾ ਜਗਤ 'ਤੇ ਚੰਗਾ ਨਹੀਂ ਹੈ। ਉਹਨਾਂ ਨੂੰ ਨਰਕ ਦੀ ਅਗਨੀ ਵਿੱਚ ਸਾੜਨਾ ਚਾਹੀਦਾ ਹੈ। ਜਾਓ ਛੇਤੀ ਕਰੋ। ਹੁਣ ਵਿਸ਼ਨੂੰ ਦਾ ਹੁਕਮ ਮੰਨ ਕੇ ਦੂਤ ਤੁਰ ਪਏ। ਮਨੁੱਖ ਰੂਪ ਧਾਰ ਕੇ ਉਹਨਾਂ ਨੇ ਮਸਾਲਾਂ ਹੱਥਾਂ ਵਿੱਚ ਲਈਆਂ ਤੇ ਉਸ ਨਗਰ ਨੂੰ ਸਾੜਨ ਚਲੇ ਗਏ। ਜਦੋਂ ਉਹ ਸਰੋਵਰ ਦੇ ਲਾਗਿਓਂ ਦੀ ਲੰਘਣ ਲੱਗੇ ਤਾਂ ਸਾਧੂ ਦੀ ਨਿਗਾਹ ਪੈ ਗਈ। ਸਾਧੂ ਨੂੰ ਗਿਆਨ ਹੋ ਗਿਆ ਕਿ ਇਹ ਨਗਰ ਲੀਲਾਪੁਰ ਨੂੰ ਸਾੜਨ ਚੱਲੇ ਹਨ। ਇਹਨਾਂ ਦੀ ਨੀਤ ਚੰਗੀ ਨਹੀਂ ਹੈ। ਸਾਧੂ ਆਸਣ ਤੋਂ ਉੱਠਿਆ, ਉਹਨਾਂ ਨੂੰ ਅੱਗੋਂ ਰੋਕ ਕੇ ਆਖਣ ਲੱਗਿਆ, ਇੱਕ ਮਿਸਾਲ ਮੈਨੂੰ ਦੇਵੋ। ਉਹਨਾਂ ਨੇ ਮਿਸਾਲ ਸੰਤਾਂ ਨੂੰ ਫੜਾ ਦਿੱਤੀ। ਜਦੋਂ ਮਿਸਾਲ ਫੜ ਲਈ ਤਾਂ ਸਾਧੂ ਨੇ ਪੁੱਛਿਆ, ਕਿੱਧਰ ਚੱਲੇ ਹੋ? ਸਾਨੂੰ ਵਿਸ਼ਨੂੰ ਜੀ ਨੇ ਭੇਜਿਆ ਹੈ ਕਿ ਲੀਲਾਪੁਰ ਨੂੰ ਸਾੜ ਕੇ ਸਵਾਹ ਕਰ ਦੇਵੋ, ਕਿਉਂਕਿ ਇੱਥੋਂ ਦੇ ਵਾਸੀਆਂ ਨੇ ਤੁਸਾਂ ਨੂੰ ਭੋਜਨ ਨਹੀਂ ਛਕਾਇਆ। ਇਹ ਲੋਕ ਬਹੁਤ ਪਾਪੀ ਲੋਕ ਹਨ। ਆਪ ਪੇਟ ਭਰ ਕੇ ਖਾ ਕੇ ਸੁੱਤੇ ਰਹਿੰਦੇ ਤੇ ਮੌਜਾਂ ਕਰਦੇ ਹਨ, ਪਰ ਤੁਸਾਂ ਦੀ ਬਾਤ ਹੀ ਨਹੀਂ ਪੁੱਛੀ ਇਹਨਾਂ ਨੇ। ਜੇ ਤੁਸੀਂ ਭਗਵਾਨ ਦੇ ਭਗਤ ਹੋ ਤੇ ਰਾਤ ਦਿਨੇ ਭਗਤੀ ਕਰਦੇ ਰਹਿੰਦੇ ਹੋ। ਭਗਵਾਨ ਵਿਸ਼ਨੂੰ ਜੀ ਬਹੁਤ ਨਾਰਾਜ਼ ਹੋ ਗਏ ਹਨ। ਉਹਨਾਂ ਦੀ ਕ੍ਰੋਧ ਅਗਨੀ ਪ੍ਰਚੰਡ ਹੈ। ਉਹ ਨਗਰ ਨੂੰ ਸਾੜਿਆ ਹੋਇਆ ਦੇਖਣ ਤੋਂ ਬਿਨਾਂ ਚੈਨ ਨਹੀਂ ਲੈ ਸਕਣਗੇ। ਸਾਧੂ ਗੁੱਸੇ ਨਾਲ ਬੋਲਿਆ, ਪਿੰਡ ਨੂੰ ਨਾ ਸਾੜੋ, ਪਿੱਛੇ ਮੁੜ ਜਾਵੋ। ਜੇ ਪਿੰਡ ਨੂੰ ਸਾੜੋਗੇ ਤਾਂ ਤੁਸਾਂ ਨੂੰ ਸਾੜ ਕੇ ਸਵਾਹ ਕਰ ਦੇਵਾਂਗਾ। ਮੈਂ ਸਵਾਹ ਕਰੂ ਤੁਹਾਨੂੰ, ਬਸ ਨੱਸ ਜਾਵੋ। ਉਹ ਕਹਿੰਦੇ, ਕਿਉਂ? ਅਸੀਂ ਤਾਂ ਤੁਸਾਂ ਦੀ ਸਹਾਇਤਾ ਕਰਨ ਆਏ ਹਾਂ, ਤੁਸੀਂ ਸਗੋਂ ਉਲਟਾ ਸਾਨੂੰ ਡਾਂਟਣ ਲੱਗ ਗਏ। ਦੂਤਾਂ ਨੇ ਕਿਹਾ ਵੀ ਤੁਸੀਂ ਤਾਂ ਸਾਨੂੰ ਸਾੜਨ ਲੱਗ ਗਏ, ਅਸੀਂ ਤਾਂ ਤੁਹਾਡੀ ਸਹਾਇਤਾ ਕਰਨ ਆਏ ਸੀ। ਸਾਧੂ ਨੂੰ ਕਹਿੰਦੇ, ਇਸ ਵਾਸਤੇ ਕਿ ਜਿਸ ਨੇ ਤੁਸਾਂ ਨੂੰ ਭੇਜਿਆ ਹੈ ਉਹ ਸਾਰਿਆਂ ਨੂੰ ਰੋਜੀ ਦਿੰਦਾ ਹੈ। ਵਿਸ਼ਨੂੰ ਭਗਵਾਨ ਸਾਰਿਆਂ ਨੂੰ ਰੋਜੀ ਦਿੰਦਾ ਹੈ। ਇਹ ਕੰਮ ਉਸ ਦਾ ਸੀ ਕਿ ਉਹ ਭਗਵਾਨ ਬਣ ਕੇ ਆਪਣੀ ਸ਼ਕਤੀ ਨਾਲ ਨਗਰ ਵਾਸੀਆਂ ਨੂੰ ਪ੍ਰੇਰਦਾ ਕਿ ਉਹ ਮੇਰੀ ਸਹਾਇਤਾ ਕਰਦੇ, ਮੈਨੂੰ ਰੋਜੀ ਪਹੁੰਚਾਉਂਦੇ। ਦੋਸ਼ ਤਾਂ ਭਗਵਾਨ ਦਾ ਹੋਵੇ ਤੇ ਦੰਡ ਨਗਰ ਵਾਸੀਆਂ ਨੂੰ। ਇਹ ਕਿੱਧਰਲੀ ਸੱਚਾਈ ਹੈ? ਕਸੂਰ ਤਾਂ ਭਗਵਾਨ ਦਾ, ਆਪਦਾ ਵਿਸ਼ਨੂੰ ਭਗਵਾਨ ਦਾ
ਇਹ ਦੋਸ਼ ਉਹ ਨਗਰ ਵਾਸੀਆਂ ਨੂੰ ਦਿੰਦਾ ਹੈ। ਇਹ ਕਿਉਂ? ਜਾਓ ਭਗਵਾਨ ਨੂੰ ਕਹੋ ਕਿ ਜੇ 7 ਦਿਨ ਰੋਟੀ ਨਹੀਂ ਪਚਾਈ ਤਾਂ ਭਗਵਾਨ ਨੇ ਨਹੀਂ ਪਚਾਈ, ਭਗਵਾਨ ਨੇ ਨਹੀਂ ਮੈਨੂੰ ਬਚਾਈ ਰੋਟੀ। ਇਸ ਵਾਸਤੇ ਮੈਂ ਪ੍ਰਸੰਨ ਚਿੱਤ ਭਗਵਾਨ ਨੂੰ ਚੇਤੇ ਕਰਦਾ ਰਿਹਾ ਹਾਂ, ਉਸ ਦੀ ਪੂਜਾ ਕਰਦਾ ਰਿਹਾ ਹਾਂ। ਮੈਨੂੰ ਤਾਂ ਭੁੱਖ ਅਨੁਭਾਵੀ ਨਹੀਂ ਹੋਈ। ਸਾਧੂ ਦਾ ਸ਼ੁਭ ਵਿਚਾਰ ਸੀ। ਇਸ ਦਾ ਭਾਵ ਇਹ ਹੈ ਕਿ ਤੁਸਾਂ ਨੂੰ ਸਹਾਇਤਾ ਅਤੇ ਅੰਨ ਦੀ ਲੋੜ ਨਹੀਂ। ਦੂਤਾਂ ਨੇ ਪੁੱਛਿਆ। ਬਿਲਕੁਲ ਨਹੀਂ। ਜਾਓ ਭਗਵਾਨ ਨੂੰ ਜਾ ਕੇ ਆਖੋ ਕਿ ਉਸ ਦੀ ਰੋਜੀ ਦਾ ਫਿਕਰ ਜੇ ਕਰਨਾ ਹੈ ਤਾਂ ਆਪ ਕਰੇ, ਦੂਜਿਆਂ ਨੂੰ ਦੋਸ਼ ਨਾ ਦੇਵੇ। ਪਿੰਡ ਵਾਲਿਆਂ ਦਾ ਕੀ ਦੋਸ਼ ਹੈ? ਰੋਜੀ ਭਗਵਾਨ ਦਿੰਦਾ, ਵਿਸ਼ਨੂੰ ਭਗਵਾਨ ਕੁੱਲ ਨੂੰ, ਕਿਉਂਕਿ ਤੂੰ ਹੀ ਸਭ ਕੁਝ ਹੈ। ਉਹ ਕਰਤਾ ਹਰਤਾ ਤੇ ਰੋਜੀ ਬਖਸ਼ਣ ਵਾਲਾ ਵਿਸ਼ਨੂੰ ਭਗਵਾਨ ਹੈ। ਜੇ ਮੇਰੀ ਕਿਸਮਤ ਇਸੇ ਤਰ੍ਹਾਂ ਲਿਖੀ ਹੈ ਤਾਂ ਉਹ ਐਵੇਂ ਨਗਰ ਵਾਸੀਆਂ ਨੂੰ ਦੋਸ਼ੀ ਨਾ ਠਹਿਰਾਓ। ਵਿਸ਼ਨੂੰ ਭਗਵਾਨ ਦੇ ਸੇਵਕ ਮੁੜ ਗਏ। ਉਹਨਾਂ ਜਾ ਕੇ ਵਿਸ਼ਨੂੰ ਜੀ ਨੂੰ ਸਾਰੀ ਗੱਲਬਾਤ ਜਾ ਦੱਸੀ। ਸਾਧੂ ਦਾ ਸੰਤੋਖ ਦੇ ਕੇ ਵਿਸ਼ਨੂੰ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਰਿਧੀਆਂ ਸਿਧੀਆਂ ਨੂੰ ਭੇਜਿਆ ਕਿ ਉਹ ਮਹਾਤਮਾ ਦੀ ਸੇਵਾ ਕਰਨ, ਪਰ ਸਾਧੂ ਨੇ ਸਾਰਿਆਂ ਨੂੰ ਮੋੜ ਦਿੱਤਾ। ਉਸਨੇ ਸੁੱਖ ਦਾ ਲਾਲਚ ਨਾ ਕੀਤਾ ਅਤੇ ਨਾ ਹੀ ਮਾਣ ਵਡਿਆਈ ਦੀ ਇੱਛਾ ਕੀਤੀ। ਉਹ ਮਸਤ ਮੌਲਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਇੱਕ ਦਿਨ ਉਸਨੇ ਇਸ਼ਨਾਨ ਨਾ ਕੀਤਾ। ਤਨ ਦੀ ਐਸੀ ਦਸ਼ਾ ਸੀ ਕਿ ਤਨ ਸਰੋਵਰ ਵਿੱਚੋਂ ਇਸ਼ਨਾਨ ਕਰਨ 'ਤੇ ਵੀ ਰਾਜੀ ਨਾ ਹੋਇਆ। ਤਾਂ ਅਗਲੇ ਦਿਨ ਸਾਧੂ ਨੇ ਤਨ ਨੂੰ ਸਜ਼ਾ ਦਿੱਤੀ। ਗੋਦੜੀ ਪਾਣੀ ਨਾਲ ਭਿਉਂ ਕੇ ਉੱਤੇ ਲੈ ਛੱਡੀ। ਐਸੇ ਸਾਧੂ ਦੇ ਜੀਵਨ ਨੂੰ ਦੇਖ ਕੇ ਸਾਰੇ ਦੇਵਤਿਆਂ ਨੇ ਉਸ ਦਾ ਮੰਗਲਾਚਰਨ ਕੀਤਾ। ਪਰਮਾਤਮਾ ਨੇ ਉਸ ਨੂੰ ਤੇ ਉਸ ਦੇ ਨਗਰ ਦੇ ਸਾਰੇ ਵਾਸੀਆਂ ਨੂੰ ਸਵਰਗਪੁਰੀ ਵਿੱਚ ਥਾਂ ਦੇ ਦਿੱਤੀ। ਇਹ ਕਥਾ ਸੁਣਾ ਕੇ ਸਤਿਗੁਰੂ ਜੀ ਨੇ ਨੰਦ ਸਿੰਘ ਨੂੰ ਸੰਬੋਧਨ ਕਰਕੇ ਆਖਿਆ, ਕਿਉਂ ਭੁਜੰਗੀ, ਜੇਕਰ ਸਾਧੂ ਬਣਨਾ ਹੈ ਤਾਂ ਐਸਾ ਬਣਨਾ ਪਵੇਗਾ। ਇਹ ਨਹੀਂ ਕਿ ਸਾਧੂ ਸਿਮਰਨ ਕਰਨ ਦੀ ਤਾਂ ਚਿੱਪੀ ਫੜ ਕੇ ਗ੍ਰਹਸਥੀਆਂ ਦੇ ਘਰਾਂ ਅੱਗੇ ਜਾ ਕੇ ਭਿੱਖਿਆ ਮੰਗੇ, ਕਿਸੇ ਦੇ ਬਾਲ ਨੂੰ ਝਿੜਕੇ, ਜੇ ਕੋਈ ਖੈਰ ਨਾ ਪਾਵੇ ਤਾਂ ਉਸਨੂੰ ਸਰਾਪ ਦੇਵੇ। ਸਾਧ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਹੈ। ਇਸ ਦੇ ਪਿੱਛੋਂ ਸਤਿਗੁਰੂ ਨੇ ਗ੍ਰਸਥ ਧਰਮ ਦੀ ਮਹਾਨਤਾ ਪ੍ਰਗਟ ਕੀਤੀ। ਸਤਿਗੁਰੂ ਜੀ ਨੇ ਗ੍ਰਸਤੀਆਂ ਦੀ ਸਾਖੀਆਂ ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ ਸੱਚੇ ਸਿੱਖ ਗੁਰੂ ਜੀ ਦਾ ਜਸ ਕਰਨ ਲੱਗੇ। ਉਹਨਾਂ ਸਾਖੀਆਂ ਵਿੱਚੋਂ ਇੱਕ ਸਾਖੀ ਅਸੀਂ ਲਿਖਦੇ ਹਾਂ। ਇੱਕ ਚਣਕ ਰਿਸ਼ੀ ਹੋਇਆ। ਇਹ ਪ੍ਰਾਚੀਨ ਭਾਰਤ ਵਿੱਚ ਰਹਿੰਦਾ ਸੀ ਤੇ ਗੰਗਾ ਦੇ ਕਿਨਾਰੇ ਆਪਣੀ ਇਸਤਰੀ ਪੁੱਤਰ ਤੇ ਨੂੰਹ ਸਮੇਤ ਘੋਰ ਤਪੱਸਿਆ ਕਰਦਾ ਸੀ। ਉਹ ਚਾਰੇ ਜੀ ਸਨ ਜੋ ਕੁਝ ਖਾਣ ਵਾਸਤੇ ਸਾਰਾ ਦਿਨ ਇਕੱਤਰ ਕਰਦੇ, ਉਸਦੇ 5 ਹਿੱਸੇ ਬਣਾ ਲੈਂਦੇ। 4 ਹਿੱਸੇ ਤਾਂ ਸਾਰੇ ਜੀ ਖਾ ਜਾਂਦੇ, ਇੱਕ ਹਿੱਸਾ ਵੰਡ ਕੇ, ਪਰ ਬਾਕੀ ਦਾ 5ਵਾਂ ਹਿੱਸਾ ਕਿਸੇ ਅਵਿਗਿਆਪਤ ਨੂੰ ਖਵਾ ਛੱਡਦੇ, ਕਿਸੇ ਹੋਰ ਨੂੰ ਖਵਾ ਛੱਡਦੇ। ਸਾਰਾ ਸਮਾਂ ਭਗਵਾਨ ਦਾ ਸਿਮਰਨ ਕਰਦੇ ਰਹਿੰਦੇ। ਇੱਕ ਦਿਨ ਭਗਵਾਨ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ। ਉਹ ਆਪ ਤਾਂ ਨਾ ਆਏ, ਲੈਣ ਵਾਸਤੇ ਭੇਜਿਆ, ਤੇ ਭਗਵਾਨ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ। ਉਹ ਆਪ ਤਾਂ ਨਾ ਆਏ,
ਸਗੋਂ ਨਾਰਦ ਮੁਨੀ ਨੂੰ ਸਮਝਾ ਕੇ ਤੇ ਆਪਣੀਆਂ ਸ਼ਕਤੀਆਂ ਬਖਸ਼ ਕੇ ਪ੍ਰੀਖਿਆ ਲੈਣ ਵਾਸਤੇ ਭੇਜਿਆ। ਨਾਰਦ ਮੁਨੀ ਇੱਕ ਅਭਿਆਵਗਤ ਗਰੀਬ ਬ੍ਰਾਹਮਣ ਦਾ ਰੂਪ ਧਾਰ ਕੇ ਚਾਣਕ ਦੇ ਕੋਲ ਆਇਆ। ਚਾਣਕ ਜੀ ਨੇ ਆਪਣੇ ਸੁਭਾਅ ਤੇ ਨਿਤ ਕਰਮ ਅਨੁਸਾਰ ਉਸ ਨੂੰ ਪਹਿਲਾਂ 5ਵਾਂ ਹਿੱਸਾ ਦਿੱਤਾ। ਉਹ ਸਾਰਾ ਹਿੱਸਾ ਖਾ ਕੇ ਨਾ ਰੱਜਿਆ। ਫਿਰ ਚਾਣਕ ਨੇ ਆਪਣਾ ਹਿੱਸਾ ਦਿੱਤਾ। ਉਹ ਉਸ ਹਿੱਸੇ ਨੂੰ ਵੀ ਖਾ ਗਿਆ ਤੇ ਅੰਤ ਨੂੰ ਸਾਰੇ ਹਿੱਸੇ ਦਿੱਤੇ। ਨਾਰਦ ਸਾਰੇ ਹਿੱਸੇ ਚਟਮ ਕਰ ਗਿਆ। ਚਾਣਕ ਉਸ ਦੀ ਇਸਤਰੀ ਪੁੱਤਰ ਤੇ ਨੂੰਹ ਦੇ ਮੱਥੇ ਵੱਟ ਨਹੀਂ ਪਾਇਆ, ਸਗੋਂ ਖੁਸ਼ ਰਹੇ। ਅਗਲਾ ਦਿਨ ਹੋਇਆ ਤਾਂ ਉਹਨਾਂ ਦੇ ਖਾਣ ਪੀਣ ਵੇਲੇ ਨਾਰਦ ਫਿਰ ਹਾਜ਼ਰ ਹੋਇਆ। ਉਹ ਫਿਰ 5 ਹਿੱਸੇ ਖਾ ਗਿਆ। ਚਾਣਕ ਦੇ ਉਹਦੇ ਸਾਥੀਆਂ ਨੇ ਗੁੱਸਾ ਨਹੀਂ ਕੀਤਾ। ਇਸ ਤਰ੍ਹਾਂ 5 ਦਿਨ ਭਗਵਾਨ ਨਾਰਦ ਮੁਨੀ ਦੀ ਰਾਹੀਂ ਉਹਨਾਂ ਦੀ ਪ੍ਰੀਖਿਆ ਕਰਦਾ ਰਿਹਾ। ਆਖਰ ਭਗਵਾਨ ਨੂੰ ਪਤਾ ਲੱਗ ਗਿਆ ਕਿ ਉਹ ਸਬਰ ਸੰਤੋਖ ਵਾਲਾ ਪਰਿਵਾਰ ਹੈ। ਭਾਵੇਂ ਭਗਵਾਨ 1 ਮਹੀਨਾ ਪ੍ਰੀਖਿਆ ਕਰਦੇ ਰਹਿਣ, ਨਹੀਂ ਡੋਲ ਸਕਦਾ, ਤਾਂ ਭਗਵਾਨ ਨੇ ਚਾਣਕ ਤੇ ਉਸਦੇ ਪਰਿਵਾਰ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਉਹ ਪਰਲੋਕ ਗਮਨ ਕਰਨ ਪਿੱਛੋਂ ਬ੍ਰਹਮ ਲੋਕ ਵਿੱਚ ਜਾ ਪੁੱਜੇ। ਇਹ ਕਥਾ ਸੁਣ ਕੇ ਸਤਿਗੁਰੂ ਜੀ ਨੇ ਆਨੰਦ ਸਿੰਘ ਨੂੰ ਸੰਬੋਧਨ ਕਰਕੇ ਹੋਰ ਸੰਗਤਾਂ ਨੂੰ ਵੀ ਆਖਿਆ, ਹੇ ਗੁਰਮੁਖ ਜਨੋ, ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਗ੍ਰਸਤੀ ਹੋਣਾ ਚਾਹੀਦਾ ਹੈ, ਪਰ ਹੋਵੇ ਉਹ ਗ੍ਰਸਤੀ ਐਸਾ ਜਿਸ ਵਿੱਚ ਹੇਠ ਲਿਖੇ ਗੁਣ ਹੋਣ। ਜੇਕਰ ਕਿਸੇ ਟੱਬਰਦਾਰ ਗ੍ਰਸਤੀ ਦੇ ਘਰ ਕੋਈ ਲੋੜਵੰਦ ਵਿਅਕਤੀ ਆ ਜਾਵੇ ਤਾਂ ਉਸ ਦੀ ਲੋੜ ਅੰਨ, ਕੱਪੜਾ ਜਾਂ ਮਾਇਆ ਆਦਿਕ ਦੀ ਜੋ ਹੋ ਸਕੇ ਉਹ ਪੂਰੀ ਕਰੇ। ਵਾਹਿਗੁਰੂ ਦਾ ਸਿਮਰਨ ਸਵਾਸ ਕਰੇ, ਸਬਰ ਸੰਤੋਖ ਵਿੱਚ ਰਹੇ, ਨਿੰਦਾ ਚੁਗਲੀ ਨਾ ਕਰੇ, ਝੂਠ ਨਾ ਬੋਲੇ ਅਤੇ ਧਰਮ ਦੀ ਕਿਰਤ ਕਰੇ। ਸਮਾਜ ਦੀਆਂ ਰਸਮਾਂ ਪੂਰੀਆਂ ਕਰਦਾ ਹੋਇਆ ਆਪ ਵੀ ਸੁਖੀ ਬਸੇ ਤੇ ਹੋਰਨਾਂ ਨੂੰ ਵੀ ਬਸਣ ਦੇਵੇ। ਜਿਹੜਾ ਐਸਾ ਗ੍ਰਸਤੀ ਹੈ ਉਹ ਕਦੀ ਵੀ ਮਾੜਾ ਨਹੀਂ ਬਣ ਸਕਦਾ। ਵਾਹਿਗੁਰੂ ਉਸਦੀ ਕਲਿਆਣ ਕਰਦਾ ਹੈ। ਜਨਮ ਮਰਨ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਇਸੇ ਕਰਕੇ ਗੁਰੂ ਜੀ ਨੇ ਗ੍ਰਸਤ ਮਾਰਗ ਨੂੰ ਪ੍ਰਧਾਨ ਮਾਰਗ ਦੱਸਿਆ ਹੈ। ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਆਨੰਦ ਸਿੰਘ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸਨੇ ਝਟਪਟ ਉੱਠ ਕੇ ਸਤਿਗੁਰੂ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਦਇਆ ਦੇ ਸਾਗਰ ਕਲੰਗੀਆਂ ਵਾਲੇ ਸੱਚੇ ਪਾਤਸ਼ਾਹ ਜੀਓ, ਮੈਂ ਭੁੱਲਿਆ ਹਾਂ। ਆਪ ਦੀ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਮਨ ਦੇ ਸਾਰੇ ਭਰਮ ਦੂਰ ਹੋ ਗਏ। ਹੁਣ ਮੈਂ ਆਪ ਦੇ ਹੁਕਮ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਮੈਂ ਵਿਆਹ ਕਰ ਲਵਾਂਗਾ। ਜਦੋਂ ਇਹ ਸ਼ਬਦ ਆਨੰਦ ਸਿੰਘ ਦੇ ਮਾਂ-ਬਾਪ ਨੇ ਸੁਣੇ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਉਸੇ ਵੇਲੇ ਕਿਹਾ, ਧੰਨ ਹਨ ਸਤਿਗੁਰੂ ਜੀ, ਧੰਨ, ਜਿਨ੍ਹਾਂ ਨੇ ਸਾਡਾ ਬੱਚਾ ਸੁਧਾਰ ਦਿੱਤਾ। ਇਹਦਾ ਅਕਲ ਤੇ ਦਿਮਾਗ ਖੁੱਲ੍ਹ ਗਏ। ਪਰਮਾਤਮਾ ਦਾ ਕਰੋੜ ਵਾਰ ਸ਼ੁਕਰ ਕਰਦੇ ਹੋਏ ਸਾਧ ਸੰਗਤ ਤੋਂ ਚਲੇ ਗਏ। ਹੁਣ ਇੱਕ ਕਵੀ ਦਾ ਹੰਕਾਰ ਦੂਰ ਕਰਨਾ। ਸਾਧ ਸੰਗਤ ਸਤਿਗੁਰੂ ਜੀ ਕੋਲੇ ਬਹੁਤ ਲੋਕ ਕਲਿਆਣ ਕਰਾਉਣ ਆਉਂਦੇ, ਜਿਹੜੇ ਆਪਦੇ ਭਰਮ ਸੀ ਦੂਰ ਕਰਦੇ। ਹੁਣ ਇੱਕ ਕਵੀ ਦਾ ਹੰਕਾਰ ਦੂਰ ਕਰਨਾ ਸਤਿਗੁਰੂ ਜੀ ਨੇ। ਅਨੰਦਪੁਰ ਵਿੱਚ ਜਿਸ ਨੇ ਆਨੰਦਗੜ੍ਹ ਦਾ ਕਿਲ੍ਹਾ ਦੇਖਿਆ, ਉਹ ਸਮਝ ਸਕਦਾ ਕਿ ਗੁਰੂ ਜੀ ਨਾਲ ਕਿੰਨਾ ਪਿਆਰ ਸੀ।
ਸਿੱਖ ਸੰਗਤਾਂ ਦਾ ਕਿੰਨੀ ਰੀਝ ਤੇ ਸ਼ਰਧਾ ਨਾਲ ਕਿਲ੍ਹੇ ਦਾ ਇੱਕ ਇੱਕ ਹਿੱਸਾ ਬਣਾਇਆ ਹੋਇਆ। ਕਿਲ੍ਹੇ ਦੇ ਤਹਿਖਾਨਿਆਂ ਦੀਆਂ ਕੋਠੜੀਆਂ ਵਿੱਚ ਕਵੀਸ਼ਰ ਰਿਹਾ ਕਰਦੇ ਸਨ। ਤੇ ਜਿੱਥੇ ਉਹ ਬੈਠਾ ਹੋਇਆ ਗ੍ਰੰਥਾਂ ਨੂੰ ਵਿਚਾਰਦਾ ਤੇ ਆਪਣੀ ਕਵਿਤਾ ਉਚਾਰਦਾ ਸੀ। ਕੀਤੀ ਰਚਨਾ ਸਤਿਗੁਰੂ ਜੀ ਨੂੰ ਸੁਣਾਇਆ ਕਰਦਾ ਸੀ, ਜਿਹੜੇ ਕਮਿਸ਼ਰ ਸੀ, ਕਿਉਂਕਿ ਉਹਨਾਂ ਨੂੰ ਇੱਕ ਬੱਠੜੀ ਜਿਹੜੀ ਕਵੀ ਸੀ ਨਾ ਕਿਹੜਾ, ਉਹ ਇੱਕ ਉਹਨੂੰ ਵੱਖਰੀ ਕੋਹੜੀ ਦਿੱਤੀ ਹੋਈ ਸੀ। ਜਿੱਥੇ ਉਹ ਬੈਠਾ ਸੀ ਗ੍ਰੰਥਾਂ ਨੂੰ ਵਿਚਾਰਦਾ, ਆਪਣੀ ਕਵਿਤਾ ਉਚਾਰਦਾ, ਕੀਤੀ ਤੇ ਰਚਨਾ ਸਤਿਗੁਰੂ ਜੀ ਨੂੰ ਸੁਣਾਇਆ ਕਰਦਾ ਸੀ ਰੋਜ਼ ਉਹ ਸੋਚ ਕੇ। ਪਰ ਸਤਿਗੁਰੂ ਦਾ ਇਹ ਹੁਕਮ ਸੀ ਕਿ ਕੋਈ ਕਵਿਸ਼ਰ ਆਪਣੀ ਕਵਿਤਾ ਲਿਖ ਕੇ ਕਿਲ੍ਹੇ ਤੋਂ ਬਾਹਰ ਨਹੀਂ ਸੀ ਲਿਜਾ ਸਕਦਾ। ਦੇਸ਼ ਦੇ ਰਿਵਾਜ ਅਨੁਸਾਰ ਜਿਸ ਦੇ ਦਰਬਾਰ ਵਿੱਚ ਕਵਿਤਾ ਆਚਾਰੀ ਜਾਵੇ, ਉਹ ਕਵਿਤਾ ਉਸ ਦੀ ਮਲਕੀਅਤ ਹੁੰਦੀ ਸੀ। ਕਮਿਸ਼ਨਰਾਂ ਨੂੰ ਰੱਜ ਕੇ ਰੋਟੀ ਕੱਪੜਾ ਦਿੱਤਾ ਜਾਂਦਾ ਸੀ, ਤਾਂ ਕਿ ਕਮਿਸ਼ਨਰਾਂ ਨੂੰ ਕਿਸੇ ਹੋਰ ਅੱਗੇ ਜਾ ਕੇ ਤਲੀ ਨਾ ਅੱਡਣੀ ਪਵੇ, ਹੱਥ ਨਾ ਅੱਡਣਾ ਪਵੇ। ਉਹ ਸਦਾ ਇੱਕੇ ਮਾਲਕ ਕੋਲ ਰਹਿੰਦੇ ਸਨ। ਸਤਿਗੁਰੂ ਕਮਿਸ਼ਨਰਾਂ ਦੀ ਬਹੁਤ ਕਦਰ ਕਰਦੇ ਸਨ। ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਤੰਗ ਨਹੀਂ ਕਰਦੇ ਸਨ। ਫਿਰ ਵੀ ਐਸੇ ਕਵਿਸ਼ਰ ਸਨ ਜਿਨ੍ਹਾਂ ਨੂੰ ਆਪਣੀ ਰਚਨਾ ਦਾ ਬਹੁਤ ਹੰਕਾਰ ਸੀ ਤੇ ਉਹ ਗੁਰੂ ਜੀ ਦੇ ਬਖਸ਼ੇ ਹੋਏ ਧਨ ਪਦਾਰਥ ਤੋਂ ਵੱਧ ਧਨ ਚਾਹੁੰਦੇ ਸਨ। ਉਹ ਆਪਣੀ ਕਵਿਤਾ ਚੁਰਾ ਕੇ ਲੈ ਜਾਂਦੇ ਜਾਂ ਜਵਾਨੀ ਯਾਦ ਕਰਕੇ ਫਿਰ ਬਾਹਰ ਜਾ ਕੇ ਲਿਖ ਲੈਂਦੇ, ਕਿਉਂਕਿ ਸਾਹਿਬਾਂ ਦੇ ਘਰੋਂ ਹੁਕਮ ਨਹੀਂ ਸੀ ਕਿ ਜਿਸ ਕਾਗਜ਼ ਉੱਤੇ ਕਵਿਤਾ ਲਿਖੀ ਹੋਈ ਹੈ ਹੋਵੇ ਉਹ ਬਾਹਰ ਚਲਿਆ ਜਾਵੇ। ਇੱਕ ਹੰਸਰਾਜ ਕਵੀ ਸੀ, ਉਹਨੂੰ ਕੁਝ ਹੰਕਾਰ ਹੋ ਗਿਆ ਕਿ ਉਹ ਚੰਗੀ ਕਵਿਤਾ ਲਿਖ ਸਕਦਾ ਹੈ। ਉਹਦੇ ਵਰਗੇ ਕਵਿਤ ਸਵਈਏ ਕੋਈ ਨਹੀਂ ਰਚ ਸਕਦਾ। ਜੇਕਰ ਉਹ ਆਪਣੀ ਕਵਿਤ ਸਵਈਏ ਲੈ ਕੇ ਬਾਹਰ ਜਾਵੇ ਤੇ ਕਿਸੇ ਰਾਜੇ ਬਾਦਸ਼ਾਹ ਨੂੰ ਸੁਣਾਵੇ ਤਾਂ ਬਹੁਤ ਧਨ ਪ੍ਰਾਪਤ ਮਿਲੇਗਾ। ਉਸ ਧਨ ਨਾਲ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਸਗੋਂ ਉਹ ਚੰਗੇ ਅਮੀਰਾਂ ਵਿੱਚ ਗਿਣਿਆ ਜਾਵੇਗਾ। ਉਹ ਵੀ ਰਥ ਜਾਂ ਹਾਥੀ ਉੱਤੇ ਚੜ੍ਹ ਕੇ ਉਸੇ ਤਰ੍ਹਾਂ ਤੁਰੇਗਾ ਜਿਵੇਂ ਅਕਬਰ ਦਾ ਇੱਕ ਰਤਨ ਤਾਨਸੈਨ ਤੁਰਿਆ ਕਰਦਾ ਸੀ। ਤਾਨਸੈਨ ਵੀ ਇੱਕ ਬਹੁਤ ਕਵੀ ਹੋਇਆ। ਮਾਇਆ ਤੇ ਵਡਿਆਈ ਉਹਦੇ ਚਰਨਾਂ ਵਿੱਚ ਰੁਲੇਗੀ। ਐਸੇ ਵਿਚਾਰ ਕਰਕੇ ਉਸਨੇ ਸੋਚਿਆ ਕਿ ਹੁਣ ਕਵਿਤਾ ਕਿਵੇਂ ਚੁਰਾਈ ਜਾਵੇ। ਕਾਗਜ਼ ਤਾਂ ਫੜਿਆ ਜਾਵੇਗਾ, ਕਿਉਂਕਿ ਰੋਜ਼ ਤਲਾਸ਼ੀ ਹੁੰਦੀ ਹੈ। ਆਖਰ ਕਵੀ ਜੀ ਨਵੀਂ ਚਲਾਕੀ ਸੁੱਝੀ। ਉਹਨੇ ਆਪਣੇ ਪੱਟ ਉੱਤੇ ਕਵਿਤਾ ਲਿਖ ਲਈ। ਕਵਿਤਾ ਇਹ ਸੀ ਕਿ ਨਮਸਾਤ ਤ੍ਰੀਏ ਨਮਸਾਤ ਕੀਏ ਨਮਸਾਤ ਪ੍ਰੀਏ ਨਮਸਾਤ ਪੁਆਏ, ਨਮਸਾਤ ਰਚੇ ਨਮਸਾਤ ਬਚੇ ਨਮਸਾਤ ਪੁਆਏ ਦਾਇਕ ਪਾਏ, ਜੀਤ ਕਲਾ ਨਮਸਾਤ ਕੀ ਨਮਸਾਤਨ ਕੇ ਮੁਖ ਅੰਦਰ ਛਾਏ, ਮਾਨਿਓ ਮੇਘ ਕੇ ਮੰਡਲ में कर ਚੰਦਨ ਚੰਦ ਕਲੇਵਰ ਛਾਏ। ਪੱਟ ਦੇ ਉੱਤੇ ਕਵਿਤਾ ਲੈ ਕੇ ਉੱਪਰ ਧੋਤੀ ਕਰ ਲਈ। ਉਸ ਦਾ ਖਿਆਲ ਸੀ ਕਿ ਜੋ ਕੁਝ ਪੜ੍ਹਦੇ ਉਹਲੇ ਹੈ, ਉਸ ਦਾ ਸਤਿਗੁਰੂ ਜੀ ਨੂੰ ਗਿਆਨ ਨਹੀਂ। ਸੇਵਾਦਾਰ ਸਿਰਫ ਜੇਬ ਦੇਖੇਗਾ ਤੇ ਬਾਹਰ ਜਾਣ ਦੇਵੇਗਾ, ਪਰ ਉਸ ਨੂੰ ਕੀ ਪਤਾ ਕਿ ਚੋਜੀ ਪ੍ਰੀਤਮ ਸਭ ਕੁਝ ਜਾਣਦੇ ਹਨ। ਉਸ ਦਤਾਰ ਕੋਲੋਂ ਕੁਝ ਨਹੀਂ ਭੁੱਲਿਆ। ਉਹ ਤਾਂ ਘਟ ਘਟ ਦੀ ਜਾਣਨਹਾਰ ਪ੍ਰਭੂ ਹੈ। ਤ੍ਰੈ ਕਾਲ ਦ੍ਰਿਸ਼ਟ ਹਨ, ਉਹਨਾਂ ਕੋਲੋਂ ਨਹੀਂ ਲੁਕਿਆ ਕੁਝ। ਸਾਹਿਬਾਂ ਨੂੰ ਉਸੇ ਵੇਲੇ ਪਤਾ ਲੱਗ ਗਿਆ ਜਦੋਂ ਹੰਸਰਾਜ ਨੇ ਚੋਰੀ ਕਰਨ ਦਾ ਵਿਚਾਰ ਚਿੱਤ ਵਿੱਚ ਚਿਤਵਿਆ ਸੀ।
ਸਤਿਗੁਰੂ ਜੀ ਮਨ ਦੀ ਮੌਜ ਵਿੱਚ ਬੈਠੇ ਸਨ ਕਿ ਅਚਾਨਕ ਉਹਨਾਂ ਨੇ ਹਜ਼ੂਰੀ ਸੇਵਾਦਾਰ ਨੂੰ ਸੱਦਿਆ ਤੇ ਆਖਿਆ, ਹੁਣੇ ਪਾਣੀ ਖੁੱਲ੍ਹਾ ਗਰਮ ਕਰੋ, ਤੇਲ ਤੇ ਦਹੀਂ ਦਾ ਪ੍ਰਬੰਧ ਕਰੋ, ਕਮਿਸ਼ਰਾਂ ਨੂੰ ਇਸ਼ਨਾਨ ਕਰਾਇਆ ਜਾਵੇਗਾ। ਆਸ਼ਾ ਦੀ ਇੱਛਾ ਹੈ ਕਿ ਜਿਸ ਸਮੇਂ ਕਵੀ ਜਨ ਗ੍ਰੰਥਾਂ ਨੂੰ ਪੜ੍ਹ ਕੇ ਤੇ ਰਚਨਾ ਕਰਕੇ ਬਾਹਰ ਆਉਣ ਤਾਂ ਉਹਨਾਂ ਨੂੰ ਇਸ਼ਨਾਨ ਕਰਾਇਆ ਜਾਵੇ। ਬਹੁਤ ਚਿਰ ਹੋਇਆ ਉਹਨਾਂ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਹੋਈ। ਕਿਵੇਂ ਵੀ ਹੋਵੇ ਦਹੀਂ ਤੇ ਤੇਲ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਹੁਣ ਸਤ ਵਚਨ ਜੀ ਹੁਣੇ ਹੀ ਹੁਕਮ ਦੀ ਪਾਲਣਾ ਹੋ ਜਾਵੇਗੀ। ਇਹ ਆਖ ਕੇ ਸੇਵਾਦਾਰ ਚਲਿਆ ਗਿਆ ਤੇ ਗੁਰੂ ਕੇ ਲੰਗਰ ਵਿੱਚ ਦੇਗੇ ਪਾਣੀ ਦੇ ਰੱਖ ਦਿੱਤੇ ਜੋ ਗਰਮ ਹੋ ਜਾਣ। ਦਹੀਂ ਦੇ 2 ਮਟਕੇ ਪਹਿਲਾਂ ਹੀ ਤਿਆਰ ਸਨ। ਇਸ਼ਨਾਨ ਦਾ ਪ੍ਰਬੰਧ ਕੀਤਾ ਗਿਆ। ਸਤਿਗੁਰੂ ਨੇ ਕਮਿਸ਼ਨਰਾਂ ਦੇ ਸਥਾਨਾਂ 'ਤੇ ਸੇਵਾਦਾਰਾਂ ਨੂੰ ਸੁਨੇਹਾ ਭੇਜ ਦਿੱਤਾ ਵੀ ਜਦੋਂ ਕਮਿਸ਼ਨਰ ਜਨ ਆਪੋ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਣ ਤੇ ਉਹਨਾਂ ਨੂੰ ਸੁਨੇਹਾ ਦੇਣਾ ਕਿ ਸਤਿਗੁਰੂ ਜੀ ਬੁਲਾਉਂਦੇ ਹਨ। ਕੋਈ ਕਮਿਸ਼ਨਰ ਸਤਿਗੁਰੂ ਜੀ ਦੇ ਮਿਲੇ ਬਿਨਾਂ ਬਾਹਰ ਨਾ ਜਾਵੇ। ਵੇਲਾ ਆ ਗਿਆ, ਹਰ ਇੱਕ ਕਮਿਸ਼ਨਰ ਕਵਿਤਾ ਲੈ ਕੇ ਬਾਹਰ ਨਿਕਲਿਆ ਤਾਂ ਉਸਨੂੰ ਸੁਨੇਹਾ ਮਿਲਦਾ ਗਿਆ ਸਤਿਗੁਰੂ ਜੀ ਬੁਲਾਉਂਦੇ ਹਨ। ਸਾਰੇ ਕਮਿਸ਼ਨਰਾਂ ਨੂੰ ਸੁਨੇਹਾ ਸੁਣ ਕੇ ਪ੍ਰਸੰਨਤਾ ਹੋਈ, ਪਰ ਹੰਸਰਾਜ ਘਬਰਾ ਗਿਆ। ਉਹਦੇ ਪਾਪ ਨੇ ਉਸਨੂੰ ਭੈ ਭੀਤ ਕੀਤਾ। ਖੈਰ ਉਸਨੂੰ ਅਜੇ ਹੌਸਲਾ ਸੀ ਕਿ ਗੁਰੂ ਜੀ ਨੇ ਕੱਪੜੇ ਲੀੜੇ ਚੁੱਕਣੇ ਹਨ। ਉਹ ਵੀ ਹਜ਼ੂਰੀ ਵਿੱਚ ਪਹੁੰਚ ਗਿਆ। ਜਦ ਉਹਨੇ ਨਮਸਕਾਰ ਕੀਤੀ ਤਦ ਸਤਿਗੁਰੂ ਜੀ ਨੇ ਆਖ ਰਹੇ ਸਨ, ਸਾਰੇ ਕਵੀ ਜਨ ਇਸ਼ਨਾਨ ਕਰਨ, ਪਾਣੀ ਗਰਮ ਹੈ, ਦਹੀਂ ਤੇਲ ਸਾਬਣ ਦਾ ਪ੍ਰਬੰਧ ਹੈ, ਬੜੀ ਰੀਝ ਨਾਲ ਇਸ਼ਨਾਨ ਕੀਤਾ ਜਾਵੇ। ਸੇਵਾਦਾਰ ਹਾਜ਼ਰ ਰਹਿਣਗੇ ਤੇ ਸੇਵਾ ਕਰਨਗੇ, ਇਹ ਅਸਾਂ ਦੀ ਖੁਸ਼ੀ ਹੈ। ਸਤਿਗੁਰੂ ਦੇ ਇਸ ਹੁਕਮ ਨੂੰ ਸਾਰਿਆਂ ਨੇ ਸਿਰ ਮੱਥੇ ਮੰਨਿਆ, ਪਰ ਹੰਸਰਾਜ ਦਾ ਤਨ ਮਨ ਕੰਬ ਗਿਆ। ਉਸਨੇ ਸਾਹਿਬਾਂ ਅੱਗੇ ਬੇਨਤੀ ਕੀਤੀ, ਮਹਾਰਾਜ ਮੈਨੂੰ ਖਿਮਾ ਕਰੋ, ਮੈਂ ਅੱਜ ਇਸ਼ਨਾਨ ਨਹੀਂ ਕਰਨਾ। ਮੈਨੂੰ ਤੇਈਏ ਦਾ ਤਾਪ ਹੋ ਜਾਂਦਾ ਹੈ, ਅੱਜ ਬਾਰੀ ਹੈ। ਇਸ਼ਨਾਨ ਕਰਨ ਨਾਲ ਹੁਣੇ ਹੀ ਅਸਰ ਪੈ ਜਾਵੇਗਾ। ਅੱਗੇ ਹੀ ਮੈਂ ਬਹੁਤ ਤੰਗ ਹੋਇਆ ਹਾਂ, ਮੈਂ ਫਿਰ ਕਿਸੇ ਦਿਨ ਇਸ਼ਨਾਨ ਕਰ ਲਵਾਂਗਾ। ਹੰਸਰਾਜ ਦੀ ਇਹ ਬੇਨਤੀ ਸੁਣ ਕੇ ਸਾਹਿਬ ਹੱਸ ਪਏ ਤੇ ਉਹਨਾਂ ਦੇ ਹੱਸਣ ਨਾਲ ਹੰਸਰਾਜ ਦਾ ਪੱਠਾ ਬੈਠ ਗਿਆ। ਉਹ ਹੇਠਾਂ ਉੱਪਰ ਦੇਖਣ ਲੱਗਾ। ਅਜੇ ਉਹ ਬਹਾਨਾ ਸੋਚ ਹੀ ਰਿਹਾ ਸੀ ਕਿ ਉੱਥੋਂ ਖਿਸਕ ਜਾਵੇ ਕਿ ਸਤਿਗੁਰੂ ਜੀ ਨੇ ਫਰਮਾਇਆ, ਕਿਉਂ ਭਾਈ ਹੰਸਰਾਜ, ਤੈਨੂੰ ਤੇਈਏ ਦਾ ਤਾਪ ਹੈ ਜਾਂ ਕਵਿਤਾ ਕਰਨ ਹੰਕਾਰ ਹੈ? ਤਾਪ ਉਹਦਾ ਤਾਪ ਚੜ੍ਹਿਆ ਕਵਿਤਾ ਰਚਣ ਦਾ। ਕੀ ਤੇਰਾ ਵਿਚਾਰ ਹੈ ਕਿ ਤੂੰ ਸਭ ਤੋਂ ਚੰਗੇ ਸਵਈਏ ਜਾਂ ਕਵਿਤਾ ਚਾਰਦਾ ਹੈ? ਤੇਰੇ ਕਵਿਤਾ ਦੀ ਕੀਮਤ ਕਿਸੇ ਹੋਰ ਥਾਂ ਬਹੁਤੀ ਪੈ ਸਕਦੀ ਹੈ। ਇਸੇ ਹੰਕਾਰ ਦੇ ਅਸਰ ਨਾਲ ਹੀ ਤੇਰਾ ਤਨ ਮਨ ਗਰਮ ਹੈ। ਤੂੰ ਇਸ਼ਨਾਨ ਨਹੀਂ ਕਰਨਾ ਚਾਹੁੰਦਾ। ਅਸਲ ਦਾ ਪਰਮ ਧਰਮ ਹੈ ਕਿ ਤੁਸਾਂ ਦੇ ਹੰਕਾਰ ਲੋਕ ਨੂੰ ਦੂਰ ਕਰੀਏ। ਇਸ ਵਾਸਤੇ ਜੇਕਰ ਤੁਸੀਂ ਇਸ਼ਨਾਨ ਨਹੀਂ ਕਰਨਾ ਤਾਂ ਸਹੀ ਹੈ। ਸਤਿਗੁਰੂ ਜੀ ਇਹਨਾਂ ਬਚਨਾਂ ਨੇ ਸਾਰੇ ਕਵਿਸ਼ਰਾਂ ਨੂੰ ਹੈਰਾਨੀ ਵਿੱਚ ਸੁੱਟ ਦਿੱਤਾ ਕਿ ਮਾਮਲਾ ਕੀ ਹੈ। ਹੰਸਰਾਜ ਹੁਣ ਨਾ ਹੇਠਲੀ ਦੰਦੀ ਤੇ ਨਾ ਉੱਪਰਲੀ ਦੰਦੀ। ਸਾਹਿਬਾਂ ਨੇ ਬਚਨ ਕੀਤਾ, ਹੇ ਕਵੀ ਜਨੋ ਸੁਣੋ, ਭਾਈ ਹੰਸਰਾਜ ਜੀ ਨੇ ਸਵਈਆ ਚਾਰਿਆ ਹੈ। ਇਸ ਦਾ ਵਿਚਾਰ ਹੈ ਕਿ ਇਸ ਸਵਈਏ ਦਾ ਅਰਥ ਕਿਸੇ ਨੂੰ ਆਉਣਾ ਔਖਾ ਹੈ। ਇਹ ਸਵਈਆ ਬਹੁਤ ਚੰਗਾ ਹੈ। ਜੇਕਰ ਕਿਸੇ ਰਾਜੇ ਮਹਾਰਾਜੇ ਨੂੰ ਸੁਣਾਇਆ ਜਾਵੇ ਤਾਂ ਬਹੁਤੀ ਮਾਇਆ ਮਿਲ ਸਕਦੀ ਹੈ। ਅਸਾਂ ਤੋਂ ਓਹਲੇ ਕਰਕੇ ਬਾਹਰ ਖੜਨ ਵਾਸਤੇ ਉਸ ਸਵਈਏ ਨੂੰ ਭਾਈ ਹੰਸਰਾਜ ਨੇ ਆਪਣੇ ਪੱਟ ਉੱਤੇ ਲਿਖ ਲਿਆ ਹੈ।
ਇਹ ਸੁਣ ਕੇ ਸਾਰੇ ਕਮਿਸ਼ਨਰ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ। ਉਹ ਹੈਰਾਨ ਸਨ ਕਿ ਭਾਈ ਹੰਸਰਾਜ ਨੇ ਐਸੀ ਚੋਰੀ ਕਰਨ ਦਾ ਕਿਉਂ ਯਤਨ ਕੀਤਾ। ਗੁਰੂ ਘਰ ਕਿਸ ਗੱਲ ਦਾ ਘਾਟਾ ਹੈ, ਇੱਥੇ ਤਾਂ ਸਭ ਕੁਝ ਹੈ, ਸਾਹਿਬਾਂ ਨਾਲ ਪਾਤਸ਼ਾਹ ਦਾ ਮੁਕਾਬਲਾ ਨਹੀਂ ਹੋ ਸਕਦਾ। ਰਿਧੀਆਂ ਸਿੱਧੀਆਂ ਇੱਥੇ ਵੱਸਦੀਆਂ ਹਨ, ਮਾਇਆ ਬੁਪਰੀ ਸੇਵਾ ਕਰਦੀ ਹੈ, ਰਾਜੇ ਮਹਾਰਾਜੇ ਚਰਨ ਪਰਸ ਕੇ ਨਿਹਾਲ ਹੁੰਦੇ ਆ। ਐਸੇ ਦਾਤੇ ਦਾ ਘਰ ਛੱਡ ਕੇ ਹੋਰ ਘਰ ਵੱਲ ਤੱਕਣਾ ਸਰਾਸਰ ਭੁੱਲ ਹੈ। ਕਦੀ ਐਸਾ ਵਿਚਾਰ ਨਹੀਂ ਚਿਤਵਣਾ ਚਾਹੀਦਾ। ਹੰਸਰਾਜ ਨੇ ਬਹੁਤ ਮਾੜਾ ਕੀਤਾ ਹੈ, ਕਮਿਸ਼ਨਰਾਂ ਦੀ ਜਾਤ ਨੂੰ ਬਦਨਾਮ ਕੀਤਾ ਹੈ। ਸਾਹਿਬਾਂ ਨੇ ਬਚਨ ਕੀਤਾ, ਜਿਹੜਾ ਸਵਈਆ ਇਹਨਾਂ ਨੇ ਲਿਖਿਆ ਹੈ ਉਹ ਸਾਨੂੰ ਆਉਂਦਾ ਹੈ। ਆ ਕੇ ਸਾਹਿਬਾਂ ਨੇ ਬ੍ਰਹਮ ਵਿੱਦਿਆ ਦੇ ਬਲ ਨਾਲ ਸਾਰਾ ਸਵਈਆ ਕਮਿਸ਼ਨਰਾਂ ਨੂੰ ਸੁਣਾ ਦਿੱਤਾ। ਕਮਿਸ਼ਨਰ ਸੁਣ ਕੇ ਧੰਨ ਸਤਿਗੁਰੂ ਜੀ, ਧੰਨ ਸਤਿਗੁਰੂ ਜੀ ਉਚਾਰਨ ਕਰਨ ਲੱਗੇ, ਪਰ ਹੰਸਰਾਜ ਦਾ ਸਿਰ ਚਕਰਾਉਣ ਲੱਗਾ। ਉਹਦੀ ਆਤਮਾ ਸ਼ਰਮਿੰਦੀ ਹੋ ਕੇ ਆਪਣੇ ਆਪ ਨੂੰ ਲਾਹਣਤਾਂ ਪਾਉਣ ਲੱਗੀ। ਆਤਮਾ ਦੀ ਕੂਕ ਸੀ ਕਿ ਇਹ ਕੀ ਕੀਤਾ, ਮਹਾਮੂਰਖਾ ਹੀ ਕੀਤੀ ਹੈ। ਦਾਤੇ ਦੇ ਘਰੋਂ ਕੀ ਨਹੀਂ ਮਿਲਦਾ। 4 ਛਿੱਲਣਾ ਖਾਤਰ ਐਸੀ ਬਦਨਾਮੀ, ਬਾਗ ਕਿਸਮਤ ਦਾ ਬਲ ਗਿਆ। ਹੁਣ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣ ਲੱਗ ਪਿਆ। ਕੀ ਆਖਣਗੇ ਲੋਕੀ, ਕੀ ਖਿਆਲ ਕਰਨਗੇ ਕਮਿਸ਼ਨਰ। ਕੀ ਇਹ ਨਹੀਂ ਸੋਚਦੇ ਹੋਣਗੇ ਕਿ ਹੰਸਰਾਜ ਨੇ ਇਹ ਸਵਈਆ ਸ਼ਾਇਦ ਸਤਿਗੁਰੂ ਦੀ ਰਚਨਾ ਦਾ ਹੀ ਚੋਰੀ ਕੀਤਾ ਹੈ। ਖਾਹ ਮਖਾਹ ਚੋਰ ਬਣਿਆ, ਇੱਜ਼ਤ ਖਾ ਕੇ ਵਿੱਚ ਰਲਾ ਲਈ। ਪਰ ਆਬਾ ਪਛਤਾਏ ਕਿਆ ਹੋਤ ਜਬ ਚਿੜੀਆਂ ਚੁੱਗ ਖੇਤ, ਵੀ ਹੁਣ ਕੀ ਬਣੂ। ਹੇ ਕਮਿਸ਼ਨਰ ਜੀ, ਸਤਿਗੁਰੂ ਜੀ ਬੋਲੇ, ਤੁਸਾਂ ਦਾ ਇਲਾਜ ਕਰਨ ਵਾਸਤੇ ਤੁਸਾਂ ਨੂੰ ਦਵਾਈ ਦਿੱਤੀ ਜਾਵੇਗੀ। ਇਹ ਆ ਕੇ ਸਤਿਗੁਰੂ ਨੇ ਧੰਨਾ ਸਿੰਘ ਨਾਮ ਦੇ ਇੱਕ ਘਾਹੀ ਸਿੱਖ ਨੂੰ ਸੱਦਾ ਭੇਜਿਆ। ਜਦੋਂ ਆ ਗਿਆ ਤਾਂ ਉਸ ਨੂੰ ਮਹਾਰਾਜ ਨੇ ਕਿਹਾ, ਭਾਈ ਧੰਨਾ ਸਿੰਘ, ਇਹ ਕਮਿਸ਼ਨਰ ਜੀ ਤੁਸਾਂ ਪਾਸੋਂ ਕੋਈ ਕਵਿਤਾ ਸੁਣਨਾ ਚਾਹੁੰਦੇ ਹਨ, ਇੱਕ ਸਵਈਆ ਜੋੜ ਕੇ ਸੁਣਾਓ। ਦਾਤੇ ਦਾ ਇਸ਼ਾਰਾ ਸੁਣ ਕੇ ਉਸ ਵੇਲੇ ਧੰਨਾ ਸਿੰਘ ਨੇ ਇੱਕ ਸਵਈਆ ਇਉਂ ਸੁਣਾਇਆ। ਕਹਿੰਦਾ, ਮਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਪਾਵਕ ਪਾਏ। ਹਾਥੀ ਮਰੇ ਵੱਧ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਕੇ ਆਏ। ਪੀਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ ਸੁਧਾਏ। ਗੁੜ ਮੈਂ ਬਾਤ ਕਹੀ ਇਜਰਾਜ, ਗਜਰਾਜ ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ। ਹੰਸਰਾਜ ਕਵੀ ਧੰਨਾ ਸਿੰਘ ਨੂੰ ਜਾਣਦਾ ਸੀ। ਉਹ ਕਵਿਤਾ ਨਹੀਂ ਉਚਾਰਦਾ ਸੀ, ਨਾ ਹੀ ਵਿਦਵਾਨ ਸੀ। ਸਤਿਗੁਰੂ ਜੀ ਦੀ ਮਿਹਰ ਨਾਲ ਉਸਨੇ ਉਪਰੋਕਤ ਸਵਈਏ ਦੀ ਰਚਨਾ ਕਰ ਦਿੱਤੀ। ਹੰਸਰਾਜ ਸਤਿਗੁਰੂ ਜੀ ਦੇ ਚਰਨੀ ਡਿੱਗ ਪਿਆ। ਉਸਨੇ ਕਿਹਾ, ਮਹਾਰਾਜ ਮੈਨੂੰ ਖਿਮਾ ਬਖਸ਼ੋ, ਅੱਗੇ ਨੂੰ ਐਸੀ ਚੋਰੀ ਨਹੀਂ ਕਰਾਂਗਾ। ਮਹਾਰਾਜ ਨੇ ਉਸਨੂੰ ਖਿਮਾ ਬਖਸ਼ੀ ਤੇ ਅੱਗੇ ਤੋਂ ਕਿਸੇ ਨੂੰ ਹੌਸਲਾ ਨਾ ਪਿਆ ਕਿ ਕੋਈ ਕਵਿਤਾ ਦੀ ਚੋਰੀ ਕਰੇ। ਇਸ ਦੇ ਪਿੱਛੋਂ ਸਾਰੇ ਕਮਿਸ਼ਨਰਾਂ ਦੇ ਨਾਲ ਹੰਸਰਾਜ ਨੇ ਵੀ ਇਸ਼ਨਾਨ ਕਰ ਲਿਆ। ਜੋ ਅੱਜ ਦੀ ਕਥਾ ਵਿਚਾਰ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਚਾਓ ਭਾਓ ਬਖਸ਼ਿਓ। ਸਤਿਗੁਰੂ ਜੀ ਦੇ ਨਾਲ ਪ੍ਰੇਮ ਬਖਸ਼ਿਓ। ਸਾਰੀ ਸੰਗਤ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।